ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਣ ਵਾਲੇ ਹਾਂ ਮੀਡੀਵਲ ਹਿਸਟਰੀ। ਤਾਂ ਮੀਡੀਵਲ ਹਿਸਟਰੀ ਦਾ ਇਹ ਪਾਰਟ 1 ਹੈਗਾ। ਅੱਜ ਦੀ ਵੀਡੀਓ ਮੈਂ ਪੰਜਾਬੀ ਭਾਸ਼ਾ ਦੇ ਵਿੱਚ ਹੀ ਬਣਾ ਰਿਹਾ। ਕਿਉਂ ਪੰਜਾਬੀ ਭਾਸ਼ਾ ਦੇ ਵਿੱਚ ਬਣਾ ਰਿਹਾ? ਕਿਉਂਕਿ ਮੈਨੂੰ ਆਪਦੀ ਪੰਜਾਬੀ ਭਾਸ਼ਾ ਦੇ ਨਾਲ ਬਹੁਤ ਪਿਆਰ ਆ, ठीक है। और ਜਿਹੜੇ ਬੱਚੇ ਹਿੰਦੀ ਦੇ ਵਿੱਚ है उनको भी समझ आ जाएगा, बहुत ईजिली समझ आ जाएगा। समझाऊँगा मैं पंजाबी में और लिखवाऊँगा इंग्लिश में, ठीक है। ਤਾਂ ਆਪਾਂ ਅੱਜ ਸਮਝਾਂਗੇ ਸਾਰੀ ਮੀਡੀਵਲ ਹਿਸਟਰੀ ਨੂੰ ਪੰਜਾਬੀ ਦੇ ਵਿੱਚ। ਬਹੁਤ ਵਧੀਆ ਸੁਚੱਜੇ ਢੰਗ ਦੇ ਨਾਲ ਮੈਂ ਸਿਖਾਉਣ ਦੀ ਕੋਸ਼ਿਸ਼ ਕਰੂੰਗਾ, ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਤਾਂ ਜੋ ਤੁਹਾਨੂੰ ਪੜ੍ਹਨ ਦੇ ਵਿੱਚ ਇਹ ਸਬਜੈਕਟ ਨਾ ਲੱਗੇ। ਇਹ ਇੱਕ ਕਹਾਣੀਆਂ ਦੇ ਰੂਪ ਦੇ ਵਿੱਚ ਇਹਨੂੰ ਦਿੱਤਾ ਜਾਵੇ। ਕੋਸ਼ਿਸ਼ ਮੈਂ ਆਪਦੇ ਵੱਲੋਂ ਪੂਰੀ ਕਰੂੰਗਾ। ਤਾਂ ਚਲੀਏ ਜੀ, ਹੁਣ ਆਪਾਂ ਸ਼ੁਰੂ ਕਰਦੇ ਹਾਂ। 1 ਮਿੰਟ ਮੈਂ ਲਿਖਣ ਵਾਲੀ ਆਹ ਲਾ ਲਾਂ ਨਾਲ, ਆ ਫੁੱਟਾ ਜਿਹਾ ਲਾ ਲਾਂ ਮੈਂ ਨਾਲ, ਜਿਹਨੂੰ ਰਾਈਟਿੰਗ ਪੈਡ ਬੋਲਦੇ ਆ। 1 ਮਿੰਟ ਬਸ ਲੱਗ ਜਾ, ਲੱਗ ਗਈ ਜੀ। ਤਾਂ ਚਲੋ ਹੁਣ ਆਪਾਂ ਮੀਡੀਵਲ ਹਿਸਟਰੀ ਵੱਲ ਧਿਆਨ ਦਿੰਦੇ ਹਾਂ। ਜ਼ਿਆਦਾ ਆਪਾਂ ਧਿਆਨ ਲਿਖਣ ਵੱਲ ਵੀ ਦੇਵਾਂਗੇ, ਕਿਉਂਕਿ ਨੋਟਸ ਬਹੁਤ ਜ਼ਿਆਦਾ ਜ਼ਰੂਰੀ ਆ। ਲਿਖਣ ਵੱਲ ਨਹੀਂ, ਸਮਝਣ ਵੱਲ, ਠੀਕ ਹੈ। ਨੋਟਸ ਦੇ ਨਾਲ ਸਮਝਦੇ ਆਉਣਾ। ਨੋਟਸ ਆਪਦੇ ਭਾਵੇਂ ਦੂਜੀ ਵਾਰ ਬਣਾ ਲਓ ਜੀ, ਮਤਲਬ ਦੂਜੀ ਵਾਰ ਦਾ ਕਹਿਣ ਦਾ ਭਾਵ ਵੀਡੀਓ ਨੂੰ ਇੱਕ ਵਾਰ ਫਿਰ ਦੇਖ ਲਓ ਜੀ, ਠੀਕ ਹੈ। ਨਾਲੇ ਯਾਦ ਹੋ ਜਾਊਗਾ, ਨਾਲ ਬਸ ਸੁਣਦੇ ਆਉਣਾ, ਯਾਦ ਕਰਦੇ ਆਉਣਾ। ਕੀ ਹੋਇਆ ਸੀਗਾ ਜੀ, ਤੁਹਾਨੂੰ ਪਤਾ ਐਂਸ਼ੈਂਟ ਹਿਸਟਰੀ ਦਾ ਵੈਸੇ ਤਾਂ ਆਪਾਂ ਪੜ੍ਹਨੀ ਆ ਜੀ। ਜਦੋਂ ਇੰਡੀਆ ਸੀਗਾ, ਜਿਹੜਾ ਭਾਰਤ ਸੀਗਾ, ਉਹਨਾਂ ਦਿਨਾਂ ਦੇ ਵਿੱਚ ਕੀ ਹੋ ਗਿਆ ਕਿ ਇੱਥੇ ਆਹ ਸਪੋਜ਼ ਕਰੋ ਇੰਡੀਆ ਹੈਗਾ, ਤਾਂ ਨੌਰਥ ਵਾਲੇ ਪਾਸੇ ਇੱਥੇ ਗੁੱਜਰ ਪ੍ਰਤਿਹਾਰ ਤਗੜੇ ਹੋ ਗਏ। ਜਾਣੀ ਸਟੇਟ ਵਾਲੀਆਂ ਰਾਜਾਂ ਦੀਆਂ ਜਿਹੜੀਆਂ ਤਾਕਤਾਂ ਸੀ ਉਹ ਜ਼ਿਆਦਾ ਇੱਥੇ ਤਗੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਇੱਧਰਲੇ ਪਾਸੇ ਕੌਣ ਸੀਗੇ? ਇੱਧਰਲੇ ਪਾਸੇ ਸੀਗੇ ਪਾਲਾਜ਼, ਠੀਕ ਹੈ, ਪਾਲਾਜ਼। ਅਤੇ ਥੱਲੇ ਵਾਲੇ ਪਾਸੇ ਸਾਊਥ ਵਾਲੇ ਪਾਸੇ ਕੌਣ ਸੀਗੇ? ਸਾਊਥ ਵਾਲੇ ਪਾਸੇ ਹੋ ਗਏ ਜੀ ਰਾਸ਼ਟਰਾਕੂਟਸ ਸੀਗੇ ਇੱਧਰਲੇ ਪਾਸੇ। ਤਾਂ ਜਿਹੜੀ ਹੁਣ ਆਹ ਵਾਲੀ ਵਿਚਾਲੇ ਵਾਲੀ ਟਰੈਂਗਲ ਆ, ਜਿਹੜੀ ਆਹ ਵਾਲੀ ਟਰੈਂਗਲ ਤੁਸੀਂ ਵੇਖ ਰਹੇ ਹੋ, ਇਹਦੇ ਪਿੱਛੇ ਲੜਾਈ ਹੋਣੀ ਸ਼ੁਰੂ ਹੋ ਗਈ ਜੀ। ਕਿ ਆਹ ਵਾਲਾ ਕਹਿੰਦਾ ਗੁੱਜਰ ਪ੍ਰਤਿਹਾਰ ਵਾਲੇ ਕਹਿੰਦੇ ਸਾਡੀ ਆ, ਆਹ ਵਾਲੇ ਕਹਿੰਦੇ ਜੀ ਸਾਡੀ ਆ, ਪਾਲੇ ਕਹਿੰਦੇ ਸਾਡੀ ਆ, ਅਤੇ ਆਹ ਵਾਲੇ ਰਾਸ਼ਟਰਕੂਟਾਸ ਵਾਲੇ ਕਹਿੰਦੇ, ਰਾਸ਼ਟਰਕੂਟਸ ਵਾਲੇ ਕਹਿੰਦੇ ਕਿ ਇਹ ਵਾਲੀ ਟਰੈਂਗਲ ਸਾਡੀ ਆ। ਇਹਦੇ ਪਿੱਛੇ ਲੜਾਈ ਹੋਣੀ ਸ਼ੁਰੂ ਹੋ ਗਈ। ਤਾਂ ਚਲੋ ਪਹਿਲਾਂ ਆਪਾਂ ਲਿਖ ਹੀ ਲੈਂਦੇ ਹਾਂ। ਟੁਵਾਰਡਸ ਦਾ ਐਂਡ ਆਫ 8th century there were three great powers in India, ठीक है। पाले वाले ईस्ट विच आ गया, ईस्ट विच आ गए, है ना। पालास लिखो, पालास इन द ईस्ट। फिर सैकेंड नंबर पे आ गए गुर्जर प्रतिहार इन द नॉर्थ। आ देख सकते हो जी, नॉर्थ विच ये बैठे आ, इन द नॉर्थ। तो तीसरे नंबर पर आ गए राष्ट्राकूटस। अपने पंजाबियों नूं आदत हुंदी है इहनूं कुत्तास पढ़न दी, है ना। इंग्लिश नूं थोड़ा जिहा अपने वाले ऐ पढ़दे आ कि क्यूटास, ये तो बन गया कुत्तास, राष्ट्राकूटस। बट ये कुत्तास नहीं हैगा, ये क्यूटस आ, ठीक है। इहनूं आपां क्यूटस बोलांगे, कुत्तास नहीं बोलांगे। ये हैगे सीगे जी सेंट्रल ते साउथ इंडिया दे विच बैठ गए। इहनूं मैं लिख दिंदा डैक्सन, सेंट्रल एंड साउथ इंडिया, ठीक है। ਹੁਣ ਕੀ ਹੋਣ ਜਾ ਰਿਹਾ? ਇਹਨਾਂ ਵਿਚਕਾਰ ਯੁੱਧ ਹੋਣ ਜਾ ਰਿਹਾ। ਧਿਆਨ ਨਾਲ ਸੁਣਨਾ, ਇਹਨਾਂ ਵਿਚਕਾਰ ਯੁੱਧ ਹੋਣ ਜਾ ਰਿਹਾ ਆਪਸ ਵਿੱਚ ਹੀ। ਇਹਨਾਂ ਵਿੱਚ ਲੜਾਈ ਕਾਹਦੀ ਹੁੰਦੀ ਸੀ? ਦੈਨ ਬਿਗਿਨਸ ਦਾ ਟ੍ਰਾਈਪਰਟਾਈਟ, ਜਾਣੀ ਉਹ ਟਰੈਂਗਲ ਆ, ਉਹ ਕੀ ਆ? ਇਹ ਚੀਜ਼ ਕੀ ਹੈ ਵੈਸੇ? ਇਹ ਟਰੈਂਗਲ ਕੀ ਚੀਜ਼ ਆ? ਇਹ ਕਨੌਜ ਆ। ਇਹ ਵਾਲਾ ਸੀਗਾ ਥਾਂ ਦਾ ਨਾਂ ਸੀ ਕਨੌਜ। ਟ੍ਰਿਪਰਟਾਈਟ struggle to possess the city Kannauj, to possess the city ਸਿਟੀ ਆਫ ਕਨੌਜ। ਹੁਣ ਕੀ ਹੋਇਆ ਜੀ?
ਕੀ ਹੋਇਆ, ਇਹ ਤਿੰਨੇ ਤਾਂ ਆਪਸ ਵਿੱਚ ਜਿਹੜੇ ਲੜਦੇ ਸੀ। ਹੁਣ ਬਾਹਰਲੇ ਬੰਦੇ ਨੇ ਕਿਸੇ ਨੇ ਦੇਖ ਲਿਆ ਕਿ ਹਾਂ ਯਾਰ ਹੁਣ ਫਾਇਦਾ ਉਠਾਈਏ, ਆਪਾਂ ਇੱਧਰ ਜਾ ਕੇ ਹਮਲਾ ਕਰੀਏ, ਆਪਾਂ ਆਪ ਲੁੱਟਦੇ ਹਾਂ। ਬਾਹਰੋਂ ਇੱਕ ਬੰਦਾ ਆਇਆ, ਮੁਸਲਮਾਨ ਬੰਦਾ ਸੀ, ਮੁਸਲਮਾਨ ਇਨਵੇਡਰ ਸੀ। ਉਹਨੇ ਕੀ ਕੀਤਾ ਇਹਦੇ ਵਾਸਤੇ, ਬਈ ਇਹ ਕਹਿੰਦਾ ਵੀ ਮੇਰੀ ਹੈ। ਤਾਂ ਹਮਲਾਵਰ ਆਇਆ, ਸਭ ਤੋਂ ਪਹਿਲਾ ਹਮਲਾਵਰ ਮੁਸਲਿਮ ਹਮਲਾਵਰ ਆਇਆ, ਉਹਦਾ ਨਾਂ ਸੀਗਾ ਮੁਹੰਮਦ ਬਿਨ ਕਾਸਿਮ। ਠੀਕ ਆ, ਲਿਖ ਲਓ, ਫਸਟ ਮੁਸਲਿਮ ਇਨਵੇਡਰ। ਹੈ ਤਾਂ ਬਹੁਤ ਅੱਗਾਂ ਲੱਗਣਗੀਆਂ, ਹਮਲੇ ਹੋਣਗੇ, ਦੇਖੀ ਤਾਂ ਐਂ ਕਿੰਨੀ ਧੱਕ ਪੈਂਦੀ, ਹਜੇ ਤੱਕ ਤਾਂ ਚੱਲਿਆ ਹੀ ਕੁਛ ਨਹੀਂ। ਮੁਹੰਮਦ ਬਿਨ ਕਾਸਿਮ। ਠੀਕ ਹੈ, ਹੁਣ ਜਿਹੜਾ ਸੈਕਿੰਡ ਬੰਦਾ ਆਉਣ ਜਾ ਰਿਹਾ, ਸੈਕਿੰਡ ਜਿਹੜਾ ਮੁਸਲਮਾਨ ਆਉਣ ਜਾ ਰਿਹਾ, ਉਹ ਤਾਂ ਬੜਾ ਹੀ ਧਮਾਕੇਦਾਰ ਸੀ। ਮੈਂ ਕਿਹਾ ਯਾਰ ਸਿਰਾ ਹੀ ਲਾਤਾ ਉਹਨੇ ਤਾਂ। ਕਿਵੇਂ ਸਿਰਾ ਲਾਤਾ, ਸੁਣੋ ਧਿਆਨ ਨਾਲ। ਉਹ ਬੰਦਾ ਅਸਲ ਦੇ ਵਿੱਚ ਰਾਜ ਨਹੀਂ ਕਰਨ ਆਉਂਦਾ ਸੀਗਾ। ਆਹ ਜਿਹੜਾ ਬੰਦਾ ਹੁਣ ਮੈਂ ਤੁਹਾਨੂੰ ਦੱਸੂਗਾ ਨਾ, ਇਹ ਬੰਦੇ ਨੇ ਰਾਜ ਨਹੀਂ ਕਰਨਾ, ਇਹ ਬੰਦੇ ਦਾ ਕੰਮ ਹੀ ਲੁੱਟਣਾ। ਇਹ ਬੰਦਾ ਗੁੰਡਾਗਰਦੀ ਵਾਲਾ ਇਹ ਬੰਦੇ ਦਾ ਨਾਂ ਹੈਗਾ ਮਹਿਮੂਦ ਗਜਨੀ। ਬਹੁਤ ਧਮਾਕੇਦਾਰ ਬੰਦਾ ਬਈ, ਬਹੁਤ ਧਮਾਕੇਦਾਰ ਪਰਸਨੈਲਿਟੀ ਹੈ ਇਹ। ਬਹੁਤ ਲੁੱਟਿਆ ਇਸ ਬੰਦੇ ਨੇ, ਕੋਈ ਮੰਦਰ ਨਹੀਂ ਛੱਡਿਆ ਇਹਨੇ, ਕੋਈ ਟੈਂਪਲ ਗੁਰਦੁਆਰਾ ਨਹੀਂ ਉਦੋਂ ਛੱਡਿਆ ਸੀ ਉਹਨਾਂ ਦਿਨਾਂ ਦੇ ਵਿੱਚ। ਬਹੁਤ ਧਮਾਕੇਦਾਰ ਇਹਨੇ, ਬੜਾ ਇਹਨੇ ਧੱਕ ਪਾਈ। ਇਹਦੇ ਬਾਰੇ ਮੈਂ ਜ਼ਰੂਰ ਲਿਖਾਊਂਗਾ ਤੁਹਾਨੂੰ, ਇੰਪੋਰਟੈਂਟ ਬੰਦਾ। ਹੀ ਲੈਡ 17 ਐਕਸਪੀਡੀਸ਼ਨ ਹੁੰਦਾ ਫੇਰੀਆਂ, ਯਾਨੀ ਉਹਨੇ 17 ਫੇਰੀਆਂ ਪਾਈਆਂ ਲੁੱਟਣ ਲਈ, ਪਰ ਆਪਾਂ 17 ਵਿੱਚੋਂ 3 ਪੜ੍ਹਾਂਗੇ ਕੋਈ। ਠੀਕ ਆ, ਟੂ ਇਨਰਿਚ ਹਿਮਸੈਲਫ। ਇਹਦਾ ਮਤਲਬ ਹੀ ਮਕਸਦ ਹੀ ਇਹ ਸੀਗਾ ਕਿ ਮੈਂ ਆਪਦੇ ਆਪ ਨੂੰ ਅਮੀਰ ਕਰਨਾ, ਬੰਦੇ ਨੇ ਅਮੀਰ ਹੋਣਾ, ਵੀ ਮੈਂ ਕਬਜ਼ਾ ਪਾਉਣਾ। ਇਨਰਿਚ ਹਿਮਸੈਲਫ ਬਾਏ ਟੇਕਿੰਗ ਅਵੇ ਵੈਲਥ ਫਰੋਮ ਇੰਡੀਆ, ਕਿ ਮੈਂ ਇੰਡੀਆ ਵਿੱਚੋਂ ਸਾਰੀ ਮਤਲਬ ਜਿੰਨਾ ਵੀ ਧਨ ਆ ਉਹ ਮੈਂ ਕੱਢ ਕੇ ਲੈ ਜਾ। ਆਪਾਂ ਕਿਹੜੀ ਪੜ੍ਹਨੀ ਆ, ਇਹਦੀ ਸੈਕਿੰਡ ਪੜ੍ਹਨੀ ਆ, 6th ਪੜ੍ਹਨੀ ਆ ਅਤੇ 16ਵੀਂ ਫੇਰੀ ਪੜ੍ਹਨੀ ਆ। ਠੀਕ ਹੈ, ਹੁਣ ਲਿਖੋ ਦੂਜੀ ਫੇਰੀ ਬਾਰੇ ਮੈਂ ਲਿਖਾਉਣ ਲੱਗਿਆ। ਹਿਜ਼ ਸੈਕਿੰਡ ਐਕਸਪੀਡੀਸ਼ਨ was against king of Punjab ਜੈਪਾਲ। ਹੁਣ ਜਿਹੜੀ ਇਹਦੀ ਸੈਕਿੰਡ ਫੇਰੀ ਸੀ ਨਾ, ਜੈਪਾਲ ਦੇ ਵਿਰੁੱਧ ਸੀਗੀ। ਇਹ ਬੰਦਾ ਐਡਾ ਖਤਰਨਾਕ ਬੰਦਾ ਸੀਗਾ, ਜਿੱਥੇ ਵੀ ਜਾਂਦਾ ਸੀਗਾ ਲੁੱਟ ਹੀ ਲਿਆਉਂਦਾ ਸੀਗਾ। ਜਿਹੜੇ ਵੀ ਰਾਜੇ ਕੋਲੇ ਜਾਂਦਾ ਸੀ, ਉਹ ਰਾਜੇ ਨੂੰ ਤਾਂ ਬਸ ਖਤਮ ਕਰ ਹੀ ਆਉਂਦਾ ਸੀ, ਉੱਥੇ ਲੁੱਟ ਆਉਂਦਾ ਸੀ ਉਹਨੂੰ। ਬਈ ਮਤਲਬ ਜਿਵੇਂ ਰਾਜੇ ਕੋਲ ਗਿਆ, ਚੱਲ ਵੀ ਉਹਨੂੰ ਕੁਰਸੀ 'ਤੇ ਲਾ ਤਾਂ ਚੱਲ ਵੀ ਬਾਹਰ ਸੜਕ 'ਤੇ, ਰਾਜੇ ਤੋਂ ਕਲੰਕ 1 ਮਿੰਟ ਹੀ ਬਣਾ ਦਿੰਦਾ ਸੀਗਾ। ਹੁਣ ਇਹਦੇ ਵਿੱਚ ਜਿਹੜਾ ਸੈਕਿੰਡ ਜਿਹੜੀ ਫੇਰੀ ਸੀਗੀ, ਪੰਜਾਬ ਦੇ ਰਾਜੇ ਜੈਪਾਲ ਦੇ ਵਿਰੁੱਧ ਸੀਗੀ, ਅਤੇ ਉਹਨਾਂ ਵਿਚਕਾਰ ਜਿਹੜੀ ਲੜਾਈ ਹੋਈ, ਉਹ ਲੜਾਈ ਦਾ ਨਾਂ ਰੱਖਿਆ ਗਿਆ ਦੈਨ ਦ ਬੈਟਲ ਟੁੱਕ ਪਲੇਸ ਬਿਟਵੀਨ ਦੈਮ known as first battle of ਵੈਹਿੰਦ। ਕਦੋਂ ਹੋਈ ਜੀ ਇਹ? ਇਨ 1002। ਬਹੁਤ ਇੰਪੋਰਟੈਂਟ ਹੈ ਜੀ। ਕਈ ਵਾਰ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ ਵੀ ਜਾਂ ਫਿਰ ਸੈਂਟਰ ਦੇ ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਬੈਟਲ ਪੁੱਛੀ ਗਈ ਆ ਕਿ ਫਸਟ ਬੈਟਲ ਆਫ ਵੈਹਿੰਦ ਕਿਹਦੇ ਨਾਲ ਹੋਈ, ਕਦੋਂ ਹੋਈ ਅਤੇ ਕਿਉਂ ਹੋਈ, ਕਿਹਨੇ ਕੀਤੀ। ਸਭ ਤੋਂ ਵੱਡਾ ਜਿਹੜਾ ਬੰਦਾ ਸੀਗਾ ਇਹਦੇ ਵਿੱਚ ਹਮਲਾਵਰ ਕੌਣ ਸੀਗਾ? ਮਹਿਮੂਦ ਗਜਨੀ ਕੌਣ ਸੀ? ਸੈਕਿੰਡ ਮੁਸਲਮਾਨ ਇਨਵੇਡਰ ਸੀਗਾ। ਠੀਕ ਹੈ, ਜਿਹਨੇ ਭਾਰਤ 'ਤੇ ਹਮਲਾ ਕੀਤਾ ਉਹਨਾਂ ਦਿਨਾਂ ਵਿੱਚ। ਮੇਨ ਮਕਸਦ ਕੀ ਸੀ ਉਹਦਾ? ਕਿ ਲੁੱਟਣਾ ਹੀ ਆ, ਮੈਂ ਤਾਂ ਬਈ ਹਾਂ ਬਈ ਲੁੱਟਣਾ ਹੀ ਆ, ਆਪਦੇ ਆਪ ਨੂੰ ਅਮੀਰ ਕਰਨਾ। ਉਹਨੇ ਰਾਜ ਐਸਟੈਬਲਿਸ਼ ਨਹੀਂ ਕਰਨਾ ਸੀ, ਉਹਦਾ ਮੇਨ ਕੰਮ ਸੀ ਗੁੰਡਾਗਰਦੀ ਵਾਲਾ, ਬਸ ਲੁੱਟ ਕੇ ਲੈ ਜਾਣਾ। ਅਤੇ ਹੁਣ ਕੀ ਆ, ਉਹਨੇ ਜੈਪਾਲੇ ਨੂੰ ਕੀ ਕੀਤਾ? ਜੈਪਾਲੇ ਨੂੰ ਕਹਿੰਦਾ ਚੱਲ ਬਈ ਬਾਹਰ, ਮਹਿਲ 'ਚੋਂ ਨਿਕਲ ਜਾ, ਬਸ ਛੱਡ ਦੇ ਸਾਰਾ ਕੁਝ। ਮਤਲਬ ਐਡਾ ਧਮਾਕੇਦਾਰ ਬੰਦਾ ਸੀ ਕਿ ਜੈਪਾਲ ਦੇ ਵੀ ਹੱਥ ਖੜ੍ਹੇ ਕਰਤੇ ਕਿ ਅੰਦਰ ਲਓ ਜੀ, ਬਸ ਤੁਹਾਡਾ ਹੀ ਆ ਹੁਣ ਸਾਰਾ ਕੁਛ। ਅਤੇ ਜੈਪਾਲੇ ਨੂੰ ਬਾਹਰ ਬਹਿ ਗਿਆ, ਸੜਕ 'ਤੇ ਬਹਿ ਗਿਆ, ਰੋਡ 'ਤੇ, ਹੈ ਨਾ। ਅਗਲੇ ਦਿਨ ਜਿਵੇਂ ਆਪਣੇ ਵਰਗੇ ਮਖੌਲ ਕਰਦੇ ਹੁੰਦੇ ਆ ਪੰਜਾਬ ਵਾਲੇ, ਅਤੇ ਕੀ ਹੋਰ ਜੈਪਾਲਿਆ ਕਿਵੇਂ ਆਇਆ, ਚਾਹ ਦਾ ਕੱਪ ਪਿਆਈਏ ਓਏ, ਆ ਜਾ ਜੈਪਾਲਿਆ ਤੈਨੂੰ। ਉਹ ਜੈਪਾਲਾ ਸ਼ਰਮ ਨਾਲ ਮਰੇ ਵੀ ਮੈਂ ਕੱਲ੍ਹ ਤੱਕ ਤਾਂ ਐਡਾ ਮਤਲਬ ਰਾਜਾ ਸੀ, ਐਡਾ ਤਗੜਾ ਰਾਜਾ ਸੀ, ਲੋਕ ਸਲਾਮਾਂ ਠੋਕਦੇ ਸੀ, ਅਤੇ ਅੱਜ ਉਹੀ ਮੈਨੂੰ ਚਾਹ ਪੁੱਛੀ ਜਾਂਦੇ ਆ ਕਿ ਆ ਜਾ ਜੈਪਾਲਿਆ। ਮਖੌਲ ਕਰਦੇ ਸੀ ਜੈਪਾਲੇ ਨਾਲ। ਅਤੇ ਜੈਪਾਲੇ ਨੂੰ ਆਪਦੀ ਜਿਹੜੀ ਬੇਇੱਜ਼ਤੀ ਆ ਬਰਦਾਸ਼ਤ ਨਹੀਂ ਹੋਈ, ਉਹਨੇ ਆਪਦੇ ਆਪ ਨੂੰ ਕੀ ਕਰ ਲਈ? ਅੱਗ ਲਾ ਲਈ ਸੀ। ਤਾਂ ਲਿਖੋ ਜੀ, ਜੈਪਾਲਾ ਵਾਜ਼
ਸ਼ੌਕਡ, ਉਹਨੂੰ ਬਹੁਤ ਤਗੜਾ ਸ਼ੌਕ ਲੱਗਿਆ ਵੀ ਜਦੋਂ ਹਾਂ ਵੀ ਉਹਨੂੰ ਇੱਕੋ ਦਮ ਹੀ ਲੀੜੇ ਲਵਾਤੇ ਉਹਦੇ ਕਿ ਚੱਲ ਵੀ ਚੱਲ ਬਾਹਰ। ਸ਼ੌਕਡ ਐਂਡ ਬਰਨਟ ਹਿਮਸੈਲਫ ਟੂ ਡੈਥ। ਠੀਕ ਹੈ, ਉਹਨੇ ਆਪਦੇ ਆਪ ਨੂੰ ਅੱਗ ਲਗਾ ਲਈ ਸੀ। ਹੁਣ ਉਹਦੀ 6ਵੀਂ ਫੇਰੀ ਦੇਖਦੇ ਹਾਂ ਜੀ ਆਪਾਂ। ਹਿਜ਼ 6th ਐਕਸਪੀਡੀਸ਼ਨ, ਘਬਰਾਓ ਨਾ, ਅੰਗਰੇਜ਼ੀ ਤੋਂ ਮੈਨੂੰ ਪਤਾ ਸਾਰਿਆਂ ਦੇ ਹੱਥ ਟੈਟ ਹੀ ਅੱਜ ਕੱਲ੍ਹ। ਠੀਕ ਹੈ, ਮੇਰਾ ਤਾਂ ਆਪਦਾ ਖੁਦ ਦਾ ਟੈਟ ਆ, ਚਲੋ ਫਿਰ ਵੀ ਲਿਖੋ, ਮੈਂ ਸਮਝਾਉਣਾ ਸਾਰਾ ਕੁਛ ਨਾਲ ਨਾਲ। ਹਿਜ਼ 6th ਐਕਸਪੀਡੀਸ਼ਨ ਵਾਜ਼ ਅਗੇਂਸਟ ਆਨੰਦਪਾਲਾ। ਹੁਣ ਜੈਪਾਲੇ ਦਾ ਮੁੰਡਾ ਕੌਣ ਸੀ? ਆਨੰਦਪਾਲਾ। ਇਹਨੇ ਕੀ ਕੀਤਾ, ਇਹਨੇ ਪਤੰਦਰ ਨੇ ਜਿਹੜਾ ਆਨੰਦਪਾਲੇ ਨੇ ਉਦੋਂ ਤੱਕ ਕਾਫੀ ਇਹਨੇ ਡਿਵੈਲਪਮੈਂਟ ਕਰਵਾ ਲਈ ਸੀ ਆਪਦੇ ਰਾਜ ਦੇ ਵਿੱਚ। ਉਸ ਤੋਂ ਬਾਅਦ ਜੈਪਾਲੇ ਤੋਂ ਬਾਅਦ ਤਾਂ ਗੱਦੀ ਤੇ ਇਹ ਨਹੀਂ ਸੰਭਾਲੀ ਹੈ ਨਾ। ਹੁਣ ਰਹਿ ਤਾਂ ਇਹਨਾਂ ਕੋਲੇ ਕੁਛ ਨਹੀਂ ਗਿਆ ਸੀ ਬੁੜੇ ਕੋਲੇ, ਇਹਦੇ ਕੋਲੇ, ਕਿਉਂਕਿ ਸਾਰਾ ਕੁਝ ਲੁੱਟ ਪੁੱਟ ਕੇ ਤਾਂ ਉਹ ਲੈ ਗਿਆ। ਆਨੰਦਪਾਲੇ ਨੇ ਜਿੰਨਾ ਵੀ ਕੰਮ ਕਰਵਾਇਆ ਆਪਦੇ ਬੇਸ 'ਤੇ, ਆਪਦੇ ਬਿਹਾਵ 'ਤੇ ਕਰਵਾਇਆ। ਆਨੰਦਪਾਲੇ ਕੋਲੇ ਉਦੋਂ ਫਿਰ ਪੈਸੇ ਪੂਸੇ ਜੁੜ ਗਏ, ਕਿਉਂਕਿ ਇਹਨੇ ਫਿਰ ਕੰਮ ਕੁੰਮ ਉਦੋਂ ਕਾਫੀ ਕਰਵਾ ਲਏ ਹੈ ਨਾ। ਉਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਵੀ ਆਪਣੀ ਤਰੱਕੀਆਂ ਦੇ ਰਾਹ 'ਤੇ ਤੁਰ ਪਿਆ ਸੀਗਾ, ਖੇਤੀਬਾੜੀ ਦੇ ਵੀ ਹੈ ਨਾ। ਤਾਂ ਆਨੰਦਪਾਲਾ ਕੋਲੇ ਵੀ ਜਿਹੜਾ ਜੁੜਿਆ ਧਨ ਸੀ ਉਹਨੂੰ ਲੱਗ ਗਿਆ ਫਿਰ ਪਤਾ ਮਹਿਮੂਦ ਗਜ਼ਨੀ ਨੂੰ ਕਿ ਉਹ ਫੇਰ ਜੋੜੀ ਬੈਠੇ ਹੋਏ। ਚੱਲ ਮਹਿਮੂਦ ਗਜ਼ਨੀ ਨੇ ਫੇਰ ਇੱਧਰ ਨੂੰ ਮੂੰਹ ਚੱਕ ਲਿਆ ਕਿ ਚੱਲ ਉਹਨੂੰ ਵੀ ਲੁੱਟਦੇ ਹਾਂ। ਉਹਦੀ ਫਿਰ ਜਿਹੜੀ 6ਵੀਂ ਫੇਰੀ ਸੀ ਉਹ ਆਨੰਦਪਾਲਾ ਦੇ ਵਿਰੁੱਧ ਸੀਗੀ। ਦੈਨ ਫਿਰ ਉਹਨਾਂ ਵਿਚਕਾਰ ਵੀ ਯੁੱਧ ਹੋਇਆ। ਅਤੇ ਕਿਹੜੀ ਬੈਟਲ ਹੋਈ? ਦੈਨ ਸੈਕਿੰਡ ਬੈਟਲ ਆਫ। ਪਰ ਆਨੰਦਪਾਲਾ ਬਾਹਲਾ ਨਹੀਂ ਗੁੱਸੇ ਹੋਇਆ, ਕਹਿੰਦਾ ਯਾਰ ਜ਼ਿੰਦਗੀ ਇੱਕ ਦਿੱਤੀ ਆ ਰੱਬ ਨੇ, ਕੋਈ ਨਹੀਂ ਆਪਾਂ ਲੁਟਾ ਦਿੰਦੇ, ਫਿਰ ਕਿੱਡੀ ਗੱਲ ਹੋਰ ਬਣਾ ਲਾਂਗੇ, ਹਜੇ ਕਿਹੜਾ ਆਪਣੀ ਜ਼ਿੰਦਗੀ ਮੁੱਕਣ ਚੱਲੀ ਆ। ਬਾਹਲਾ ਤਾਂ ਉਹਨੇ ਯੁੱਧ ਕੀ ਕਰਨਾ ਸੀ ਨਾ, ਫਿਰ ਛੇਤੀ ਮੰਨ ਗਿਆ ਸੀ। ਫਿਰ ਬੈਟਲ ਜ਼ਰੂਰ ਆਪਾਂ ਪੜ੍ਹਨੀ ਹੈ, ਬੈਟਲ ਆਫ ਵੈਹਨ, ਸੈਕਿੰਡ ਬੈਟਲ ਆਫ ਵੈਹਨ ਟੇਕ ਪਲੇਸ। ਠੀਕ ਹੈ, ਉਮੀਦ ਕਰੂੰਗਾ ਕਿ ਤੁਹਾਨੂੰ ਸਮਝ ਆਈ ਜਾਂਦਾ ਹੋਊਗਾ, ਨਾਲ ਨਾਲ ਲਿਖੀ ਵੀ ਆਉਂਦੇ ਹੋਗੇ ਤੁਸੀਂ, ਕਿਉਂਕਿ ਨੋਟਸ ਵੀ ਉਨੇ ਹੀ ਜ਼ਰੂਰੀ ਹੈ ਜਿੰਨੀਆਂ ਕਿ ਆ ਸਟੋਰੀਆਂ ਜਾਂ ਸੁਣਨੀਆਂ। ਸਟੋਰੀਆਂ ਤਾਂ ਮੈਂ ਬਣਾ ਰਿਹਾ ਕਿਉਂਕਿ ਤੁਹਾਨੂੰ ਯਾਦ ਰੱਖਣਾ ਸੌਖਾ ਹੋ ਜੇ। ਠੀਕ ਹੈ, ਇਹ ਕਦੋਂ ਹੋਈ ਸੀ? 1008 ਦੇ ਵਿੱਚ। ਸਨ ਜ਼ਰੂਰ ਯਾਦ ਰੱਖ ਲਓ ਜੀ, ਆਹ ਵਾਲਾ 1008। ਅਤੇ ਪਹਿਲੀ ਵਾਲਾ ਕਦੋਂ ਹੋਇਆ ਸੀ? 1002 ਦੇ ਵਿੱਚ। ਠੀਕ ਹੈ, ਜੈਪਾਲੇ ਨੇ ਆਪਦੇ ਆਪ ਨੂੰ ਅੱਗ ਲਾ ਲਈ ਸੀ। ਹੁਣ ਆਪਾਂ ਪੜ੍ਹਦੇ ਹਾਂ ਜੀ 16ਵੀਂ ਫੇਰੀ। 16ਵੀਂ ਫੇਰੀ ਤੁਹਾਨੂੰ ਬਾਹਲਾ ਮਤਲਬ ਇਹ ਤਾਂ ਬਾਹਲੀ ਹਾਸੇ ਵਾਲੀ ਆ। ਪਤਾ ਕਿਵੇਂ? ਇਹਦੀ ਫੇਰੀ ਦੇ ਵਿੱਚ ਕੀ ਸੀ? ਇਹ ਗਿਆ ਸੋਮਨਾਥ ਟੈਂਪਲ ਦੇ ਵਿੱਚ, ਹਾਥੀਆਂ 'ਤੇ ਲੱਦ ਕੇ ਉੱਥੇ ਸੋਮਨਾਥ ਟੈਂਪਲ 'ਚੋਂ ਕੀ ਆ ਸੋਨੇ ਦੇ ਵਾਹਵਾ ਭਾਰੇ ਗੇਟ ਗੂਟ ਵੀ ਪੱਟ ਲਿਆ, ਸੋਨਾ ਵੀ ਵਾਹਵਾ ਸੀਗਾ ਉੱਥੇ ਦਾ ਮੰਦਿਰ ਦੇ ਵਿੱਚ ਹੈ ਨਾ। ਤਾਂ ਕੀ ਕੀਤਾ ਜੀ, ਅੱਗੇ ਵੀ ਹਾਥੀ ਸੀ ਪਿੱਛੇ ਵੀ ਹਾਥੀ ਸੀ, ਇਹਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ। ਜਿਹੜਾ ਪਿਛਲਾ ਹਾਥੀ ਸੀਗਾ ਰਾਹ 'ਚ ਜਦੋਂ ਗੁਜਰਾਤ ਦੇ ਰਾਹ ਦੇ ਵਿੱਚ ਜਾਈ ਜਾਂਦੇ ਸੀ ਹੈ ਨਾ, ਪਿਛਲੇ ਹਾਥੀ ਤੋਂ ਕਿਸੇ ਨੇ ਗੇਟ ਲਾ ਲਿਆ, ਸੋਨੇ ਦਾ ਗੇਟ ਲਾ ਲਿਆ ਲੋਕਾਂ ਨੇ। ਤਾਂ ਜਦੋਂ ਇਹ ਪਹੁੰਚਿਆ ਆਪਦੇ ਦਰਬਾਰ ਦੇ ਵਿੱਚ, ਜਿਹੜਾ ਬੰਦਾ ਸੀਗਾ ਮਹਿਮੂਦ ਗਜ਼ਨੀ, ਜਦੋਂ ਪਹੁੰਚਿਆ ਉਹਨੇ ਦੇਖਿਆ ਤਾਂ ਗੇਟ ਤਾਂ ਹੈ ਹੀ ਨਹੀਂ ਗਾ, ਗੇਟ ਕਿੱਧਰ ਰਹਿ ਗਿਆ। ਤਾਂ ਫਿਰ ਇਹ ਵਾਪਸ ਗਿਆ ਉਹ ਗੇਟ ਲੈਣ ਵਾਸਤੇ, ਨਾਲ ਲੋਕਾਂ ਨੂੰ ਭੰਨਿਆ ਇਹਨੇ ਕਿ ਹਾਂ ਵੀ ਤੁਸੀਂ ਗੇਟ ਕਿਉਂ ਲਾ ਲਿਆ ਮੇਰਾ। ਚਲੋ ਵੀ ਲਿਖੋ, in his 16th expedition he looted, ਇਹ ਸੱਚੀ ਹੈ ਸਟੋਰੀ, ਇਹ ਸੋਮਨਾਥ ਟੈਂਪਲ ਤਾਂ ਉਹਨੇ ਸੱਚੀ ਲੁੱਟਿਆ ਸੀ। in 1025 ਐਟ ਗੁਜਰਾਤ। ਠੀਕ ਹੈ, ਹੁਣ ਜਿਹੜਾ ਤੀਜਾ ਧਮਾਕੇਦਾਰ ਬੰਦਾ ਆਉਣ ਜਾ ਰਿਹਾ, ਤੀਜਾ ਧਮਾਕੇਦਾਰ ਬੰਦਾ ਕਿਹੜਾ ਆਊਗਾ ਇਸ ਤੋਂ ਬਾਅਦ? ਪਹਿਲਾ ਬੰਦਾ ਆਇਆ ਸੀ ਮੁਹੰਮਦ ਬਿਨ ਕਾਸਿਮ। ਦੂਜਾ ਮੁਸਲਮਾਨ ਇਨਵੇਡਰ ਕੌਣ ਆਇਆ ਸੀ? ਹਮਲਾਵਰ ਕੌਣ ਆਇਆ ਸੀ? ਮਹਿਮੂਦ ਗਜ਼ਨੀ। ਤੀਜਾ ਧਮਾਕੇਦਾਰ ਬੰਦਾ ਕੌਣ ਆਊਗਾ? ਮੁਹੰਮਦ ਗੋਰੀ। ਚਲੋ ਤੀਜੇ ਬੰਦੇ ਬਾਰੇ ਆਪਾਂ ਪੜ੍ਹਦੇ ਹਾਂ, ਫਿਰ ਉਸ ਤੋਂ ਬਾਅਦ ਵੀਡੀਓ ਖ਼ਤਮ ਕਰਾਂਗੇ। ਅੱਜ ਛੋਟੀ ਵੀਡੀਓ ਬਣਾਊਂਗਾ, ਕੋਈ ਵੱਡੀ ਨਹੀਂ ਬਣਾਊਂਗਾ। ਦੇਖੂੰਗਾ ਜੇ ਤੁਹਾਡਾ ਰਿਸਪੌਂਸ ਇਸ ਵੀਡੀਓ 'ਤੇ ਵਧੀਆ ਰਿਹਾ ਤਾਂ ਅਗਲੀ ਇਸ ਵੀਡੀਓ ਦੀ ਸੀਰੀਜ਼ ਵੀ ਆਪਾਂ ਸ਼ੁਰੂ ਕਰ ਲਾਂਗੇ। ਥਰਡ ਮੁਸਲਿਮ ਇਨਵੇਡਰ। ਠੀਕ ਹੈ, ਥਰਡ ਮੁਸਲਮਾਨ ਇਨਵੇਡਰ ਕੌਣ ਸੀ? ਮੁਹੰਮਦ ਗੋਰੀ। ਠੀਕ ਹੈ, ਹੁਣ ਇਹ ਬੰਦਾ ਕੀ ਆ? ਪਹਿਲਾਂ ਵਾਲੇ ਜਿਹੜੇ ਦੋ ਬੰਦੇ ਸੀ ਉਹਨਾਂ ਦਾ ਮੇਨ ਕੰਮ ਸੀਗਾ ਕਿ ਅਸੀਂ ਤਾਂ ਲੁੱਟਣਾ ਹੀ ਆ ਬਸ। ਇਸ ਬੰਦੇ ਦਾ ਮੇਨ ਜਿਹੜਾ ਕੰਮ ਹੋਊਗਾ ਇਹ ਕਰੂਗਾ ਰਾਜ ਇਸਟੈਬਲਿਸ਼। ਇਹ ਪਹਿਲਾ ਐਸਾ ਮੁਸਲਮਾਨ ਬੰਦਾ ਹੋਊਗਾ ਜਿਹੜਾ ਆਪਦਾ ਰਾਜ ਇਸਟੈਬਲਿਸ਼ ਕਰਨ ਦੀ
सोचूगा। तो चलो जी लिखो, ही इज़ कंसिडर्ड एज द रियल फाउंडर ऑफ मुस्लिम इंपायर इन इंडिया। ये पहला अजिहा बंदा जिन्हें आपका राज इंडिया विच स्थापित किया। ठीक है, इन्दियां आपां कुछ बैटलां पढ़ लैने इंपोर्टेंट हैगियां। इन 1191 फस्ट बैटल जी पहली इहदा लड़ाई हुई, फस्ट बैटल किहदे विचकार हुई? बिटवीन मोहम्मद गोरी स्पैलिंग उपरों देख लो जी, आ लिखा मैं मोहम्मद गोरी एंड पृथ्वीराज चौहान। सारिਆਂ ने नाम तो सुना ही होगा। चौहान इज़ नोन एज फस्ट बैटल ऑफ त्रैन। ध्यान नाल देख लो, त्रैन। ठीक है, वह हिंदी ना चक्या हो जाए पेपर च। फस्ट बैटल ऑफ त्रैन, मुहम्मद गोरी डिफीटड। ये बैटल दे की होया? मुहम्मद गोरी की हार गया। मुहम्मद गोरी डिफीटड इन दिस वॉर। बट मुहम्मद गोरी की निगाह पूरी सी। जिहड़ा ये बंदे ने सोचा सी ना मैं राज इस्टैबलिश करना, 1191 के ने पृथ्वीराज जी उदों सीगे इत्थों के राजे दिल्ली का, है ना। तो मतलब इन्हें लड़ाई की तो ये हार गया क्योंकि ये कोल ज़्यादा ताकत है नहीं सी। फिर इन्हें अगले साल फिर आया बंदा ये। ठीक है, अगले साल उन्हें देखा, उन्हें पूरा इस काम पर लाता कि हाँ यार उनकी मैं देखांगी कमजोरी कित्थे है, बंदे की पृथ्वी की कमजोरी कित्थे आ, तां जो मैनूं हराउणा सौखा हो जाए। फिर अगले साल फिर पूरी तैयारी दे नाल आया। फिर 1192 दे विच लिखो, सैकेंड बैटल ऑफ त्रैन take place and in this battle पृथ्वीराज चौहान was defeated। इस बैटल च की होया? पृथ्वीराज चौहान दी हार हो गई। ठीक है, जे तुसी थोड़ा जिहा वधिया तरीके नाल लिखना चाहो तो मेरी आवाज़ के नाल लिख लो, जे मैं बोल रहा ना तुसी लिख लो जी। इस तो बाद आप लैक्चर खत्म करते हैं। ठीक है, इन पृथ्वीराज चौहान वाज द किंग ऑफ दिल्ली वैन गोरी अटैक्ड इंडिया। मतलब पृथ्वीराज चौहान सीगा वो दिल्ली का राजा सीगा जो गोरी ने भारत ते अटैक किया। दैन फस्ट बैटल ऑफ ट्रैन 1191 टुक प्लेस। आप हुणे देख के आए हैं। फिर की होया सी 1191 दे विच फस्ट बैटल ऑफ ट्रैन हुई, जिन्हों ट्रैन मेरी प्रोनाउंसिएशन ते ना जाना, तुसी मटीरियल दी क्वालिटी वाल फोकस करना। ठीक है, टुक प्लेस बिटवीन दैम। फिर गोरी वाज डिफीटड बट इन सैकेंड बैटल ऑफ ट्रैन 1192 पृथ्वीराज चौहान वाज डिफीटड। फिर दूजी बार जो बैटल हुई अगले साल 1192 दे विच, फिर की होया? पृथ्वीराज चौहान दी हार हो गई। एंड दिस ईयर 1192 इज़ रिगार्डड एज टर्निंग पॉइंट इन इंडियन हिस्टरी। नाले भी लिख लो, जिहड़ा 1192 ईयर सीगा, दिस ईयर 1192 इज़ रिगार्डड एज, एक मिनट, हाँ, रिगार्डड एज टर्निंग पॉइंट इन इंडियन हिस्टरी। टर्निंग पॉइंट इन इंडियन हिस्टरी। ठीक है, ये सब तो वड्डा धमाकेदार जो पॉइंट है ये वाला, क्योंकि इत्थे ही सारी अपनी इंडियन हिस्टरी चेंज हो जाऊगी। हुण अगली वीडियो दे विच आपां देखांगे कि किवें गोरी इंडिया दे विचों बाहर चला जांदा। ठीक है, आ जिवें गोरी आ, इहने आपदा राज इस्टैबलिश कर लिया, इनू बाहर किते काम पैंदा आपदे देश दे विच, पाकिस्तान दे विच जित्थों भी आया सी। ठीक है, इनू नौकर नूं पता लग जांदा कि हाँ बई गोरी चलिया बाहर। नौकर नूं जिहड़ा इत्थे खड़ा स्लेव इहदा खड़ा, नौकर नूं पता लग जांदा कि गोरी चलिया, ते गोरी नूं भी पता लग गया कि नौकर नूं पता, ते नौकर नूं भी ये गल दा पता कि गोरी नूं पता लग गया कि मैनूं पता, जानी पतो पती हो गए। हुण जिहड़ा बंदा इंडिया विचों एक बार बाहर जा वड़िया, मतलब उन्हां दिनां विच जिहड़ा भी बंदा अपनी
ਮੋਡਰਨ ਹਿਸਟਰੀ ਪੜ੍ਹ ਲਈਏ, ਚਾਹੇ ਆਪਾਂ ਮੈਡੀਵਲ ਪੜ੍ਹ ਲਈਏ, ਚਾਹੇ ਆਪਾਂ ਐਂਸ਼ੀਅੰਟ ਪੜ੍ਹ ਲਈਏ, ਤਿੰਨਾਂ ਵਿੱਚੋਂ ਇੱਕ ਬੰਦਾ ਬਾਹਰ ਗਿਆ ਸੀਗਾ ਅਤੇ ਉਹ ਵਾਪਸ ਮੁੜ ਕੇ ਨਹੀਂ ਆਇਆ ਫਿਰ। ਠੀਕ ਹੈ, ਇਸ ਤੋਂ ਬਾਅਦ ਜਦੋਂ ਨੌਕਰ ਨੂੰ ਪਤਾ ਲੱਗ ਜਾਂਦਾ, ਉਹ ਫਿਰ ਇਸ ਤੋਂ ਬਾਅਦ ਆਪਣਾ ਚੱਲ ਜੂ ਦਿੱਲੀ ਸਲਤਨਤ ਪੀਰੀਅਡ। ਅਤੇ ਨੌਕਰ ਨੂੰ ਜਿਹੜਾ ਪਤਾ ਲੱਗ ਜਾਂਦਾ, ਫਿਰ ਇਹ ਕੁਛ ਦਿਨਾਂ ਵਾਸਤੇ ਨੌਕਰ ਨੂੰ ਬਿਠਾ ਕੇ ਗਿਆ ਸੀ ਆਪਦੀ ਗੱਦੀ 'ਤੇ। ਅਤੇ ਜਦੋਂ ਨੌਕਰ ਨੂੰ ਪਤਾ ਲੱਗਦਾ ਕਿ ਉਹ ਬਾਹਰ ਹੀ ਵੱਢਿਆ ਗਿਆ, ਅਤੇ ਫਿਰ ਉੱਥੋਂ ਧਮਾਕੇਦਾਰ ਜਿਹੜੀ ਆਪਣੀ ਡਾਇਨੈਸਟੀ ਸ਼ੁਰੂ ਹੋ ਜੂਗੀ, ਸਲੇਵ ਡਾਇਨੈਸਟੀ। ਉਹ ਆਪਾਂ ਅਗਲੀ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਅਗਰ ਤੁਹਾਡਾ ਇਸ ਵੀਡੀਓ ਦੇ ਵਿੱਚ ਰਿਸਪੌਂਸ ਵਧੀਆ ਰਿਹਾ, ਠੀਕ ਹੈ, ਉਮੀਦ ਕਰੂੰਗਾ ਕਿ ਵੀਡੀਓ ਦੇ ਸਾਰੇ ਪੁਆਇੰਟ ਜਿੰਨੇ ਵੀ ਤੁਹਾਨੂੰ ਦੱਸੇ ਉਹ ਵਧੀਆ ਲੱਗੇ ਹੋਣਗੇ। ਅਤੇ ਇਹ ਸਾਰੀ ਇੰਪੋਰਟੈਂਟ ਸੀਗੀ, ਚਾਹੇ ਤੁਸੀਂ ਇਹ PCS ਦੀ ਤਿਆਰੀ ਕਰ ਰਹੇ ਹੋ, ਚਾਹੇ ਕੋਈ ਵੀ ਸਟੇਟ ਲੈਵਲ ਐਗਜ਼ਾਮੀਨੇਸ਼ਨ ਦੀ ਤਿਆਰੀ ਕਰ ਰਹੇ ਹੋ, ਜਾਂ ਫਿਰ SSC ਦੇ ਵਿੱਚ ਵੀ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਕਈ ਵਾਰ ਹਿਸਟਰੀ ਦੇ ਵਿੱਚ, ਹੈ ਨਾ। CGL ਹੋਇਆ, CHSL ਹੋਇਆ, ਉਹਨਾਂ ਵਿੱਚ ਵੀ ਕਈ ਵਾਰ ਹਿਸਟਰੀ ਦਾ ਕੁਐਸਚਨ ਪਾ ਦਿੱਤਾ ਜਾਂਦਾ। ਬੇਸਿਕ ਗੱਲਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਆਪਣੇ ਭਾਰਤ ਬਾਰੇ। ਅਤੇ ਬਾਕੀ ਮਿਲਦੇ ਹਾਂ ਜੀ ਅਗਲੀ ਵੀਡੀਓ ਲਈ। ਤਾਂ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਰੇ ਆਪਦਾ ਧਿਆਨ ਰੱਖਿਓ, ਆਪਣਾ ਡਿਸਟੈਂਸ ਮੇਨਟੇਨ ਕਰਕੇ ਰੱਖਿਓ। ਅਤੇ ਰਹੀ ਗੱਲ ਇਹ ਜਿਹੜੀ ਮਤਲਬ ਹੁਣ ਆਪਾਂ FCI ਲਈ ਜ਼ਿਆਦਾ ਤਾਂ ਫੋਕਸ ਕਰਦੇ ਪਏ ਸੀ ਇਸ ਚੈਨਲ ਦੇ ਵਿੱਚ। ਹਿਸਟਰੀ FCI ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨਹੀਂ ਹੈਗੀ, ਤਾਂ FCI ਵਾਲੇ ਬੱਚਿਆਂ ਨੂੰ ਜ਼ਿਆਦਾ ਇਹਦੇ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੈਗੀ। ਜਨਰਲ ਅਵੇਅਰਨੈਸ ਦੇ ਵਿੱਚ ਬਸ ਮੇਨ ਤੁਸੀਂ ਸਟੈਟਿਕ GK ਵੱਲ ਫੋਕਸ ਕਰਨਾ, ਠੀਕ ਹੈ। ਐਗਰੀਕਲਚਰ ਮੇਨ ਹੋਊਗੀ, ਐਥਿਕਸ ਮੇਨ ਹੋਊਗੀ, ਸਟੈਟਿਕ GK, ਕਰੰਟ ਅਫੇਅਰਸ ਅਤੇ ਕੁਛ ਕੁ ਚੀਜ਼ਾਂ ਹੋਰ ਹੋਣਗੀਆਂ ਜਿਵੇਂ ਜਿਓਗ੍ਰਾਫੀ ਦੀਆਂ ਹੋ ਗਈਆਂ, ਜਾਂ ਫਿਰ ਮਤਲਬ ਕੋਈ ਵੀ ਇੰਸਟੀਚਿਊਟ ਨਾਲ ਰਿਲੇਟਡ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਨਵੀਆਂ ਉਹ ਸਕੀਮਸ ਆਉਂਦੀਆਂ, ਉਹਨਾਂ 'ਤੇ ਤੁਸੀਂ ਫੋਕਸ ਕਰਿਓ ਜੇ FCI ਵਾਲੇ ਬੱਚੇ। ਪੋਲਿਟੀ ਆਲਰੇਡੀ ਮੈਂ ਕਰਵਾ ਰਿਹਾ, ਬਾਕੀ ਆਪਾਂ 2 ਮਈ ਤੋਂ ਬਾਅਦ ਪੋਲਿਟੀ ਦੀਆਂ ਕਲਾਸਿਸ ਕੰਟੀਨਿਊ ਕਰਾਂਗੇ। ਉਹ ਤਾਂ ਸਾਰਿਆਂ ਲਈ ਇੰਪੋਰਟੈਂਟ ਹੋਣਗੀਆਂ, ਚਾਹੇ ਉਹ ਬੈਂਕਿੰਗ ਸਟੂਡੈਂਟ ਕਿਉਂ ਨਾ ਹੋਵੇ। ਕਈ ਵਾਰ ਹੁਣ ਦੇਖੋ ਅਮੈਂਡਮੈਂਟ ਜਿਹੜੀਆਂ ਹੁੰਦੀਆਂ ਉਹ ਕਰੰਟ ਦਾ ਪਾਰਟ ਆ, ਬਟ ਅਮੈਂਡਮੈਂਟ ਕਿਹਦੇ ਵਿੱਚ ਹੁੰਦੀਆਂ, ਉਹ ਪੋਲਿਟੀ ਦਾ ਪਾਰਟ ਆ। ਤਾਂ ਕਰਕੇ ਪੋਲਿਟੀ ਇੰਪੋਰਟੈਂਟ ਆ ਆਪਣੇ ਲਈ, ਚਾਹੇ ਤੁਸੀਂ ਬੈਂਕਿੰਗ ਲਈ ਹੋ, ਚਾਹੇ FC ਲਈ ਹੋ, FCI ਲਈ ਹੋ, ਚਾਹੇ ਸਟੇਟ ਐਗਜ਼ਾਮੀਨੇਸ਼ਨ। ਉਹ ਤਾਂ ਸਾਰਿਆਂ ਲਈ ਵਧੀਆ, ਕਰ ਲਓਗੇ ਤਾਂ ਤੁਹਾਨੂੰ ਆਉਣ ਵਾਲੇ ਟਾਈਮ 'ਚ ਕਿਤੇ ਵੀ ਲੋੜ ਪੈ ਸਕਦੀ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਆਪਣੇ ਦੇਸ਼ ਦੇ ਸੰਵਿਧਾਨ ਬਾਰੇ, ਠੀਕ ਹੈ, ਤਾਂ ਜੋ ਕੱਲ੍ਹ ਨੂੰ ਕੋਈ ਆਪਣੇ 'ਤੇ ਵੀ ਚੱਕਰ ਪੈਂਦਾ ਤਾਂ ਆਪਾਂ ਨੂੰ ਅਗਰ ਆਰਟੀਕਲ ਪਤਾ ਹੋਣਗੇ, ਆਪਣੀਆਂ ਪਾਵਰਸ ਬਾਰੇ ਪਤਾ ਹੋਊਗਾ, ਤਾਂ ਆਪਾਂ ਉਹਨੂੰ ਹੈਂਡਲ ਕਰਨਾ ਥੋੜ੍ਹਾ ਜਿਹਾ ਈਜ਼ੀ ਹੋ ਜਾਊਗਾ। ਅਗਰ ਆਪਾਂ ਗਲਤ ਮਾਮਲੇ ਦੇ ਵਿੱਚ ਇੱਦਾਂ ਕੋਈ ਆਪਾਂ ਨੂੰ ਬਲੇਮ ਕਰੇ ਤਾਂ, ਹੈ ਨਾ। ਤਾਂ ਚਲੋ ਜੀ, ਮਿਲਦੇ ਹਾਂ ਅਗਲੀ ਵੀਡੀਓ ਲਈ। ਤਦ ਤੱਕ ਕੇ ਲਈ ਜੈ ਹਿੰਦ, ਵੰਦੇ ਮਾਤਰਮ। ਲਾਸਟ 'ਤੇ ਤਾਂ ਫਿਰ ਹਿੰਦੀ ਹੋ ਹੀ ਗਿਆ ਕਿਉਂਕਿ ਮੇਰੇ ਮੂੰਹ 'ਤੇ ਚੜ੍ਹਿਆ ਹੀ ਆ ਚੀਜ਼ ਹੈ ਨਾ। ਤਬ ਤੱਕ ਕੇ ਲਈ ਜੈ ਹਿੰਦ, ਵੰਦੇ ਮਾਤਰਮ। ਚਲੋ ਕੋਈ ਨਾ, ਪੰਜਾਬੀ ਲਈ ਵੀ ਮੈਂ ਹੌਲੀ ਹੌਲੀ ਦੇਖਦਾ, ਆਪਾਂ ਵਿੱਚ ਪੰਜਾਬੀ ਵਾਲੀਆਂ ਵੀਡੀਓਜ਼ ਬਣਾ ਲਿਆ ਕਰਾਂਗੇ। ਬਾਏ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।